ਤੇ ਹੁਣ ਗੱਲ ਕਰਦੇ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਦੀ। ਏਪੀਐਸ ਦਿਓਲ ਨੂੰ ਏਜੀ ਲਾਇਆ ਗਿਆ ਤੇ ਏਜੀ ਲਾਉਣ ਤੇ ਵਿਵਾਦ ਛਿੜ ਗਿਆ ਕਿਉਂਕਿ ਏਪੀਐਸ ਦਿਓਲ ਉਹ ਵਕੀਲ ਨੇ ਜਿਨ੍ਹਾਂ ਨੇ ਸੁਮੇਧ ਸਿੰਘ ਸੈਣੀ ਨੂੰ ਬਲੈਂਕਟ ਬੇਲ ਦਵਾਈ ਹੈ 2022 ਦੀਆਂ ਚੋਣਾਂ ਤੱਕ। ਉਹ ਵਕੀਲ ਨੇ ਜਿਨ੍ਹਾਂ ਨੂੰ ਹੁਣ ਏਜੀ ਲਗਾ ਦਿੱਤਾ ਗਿਆ। ਪੰਜਾਬ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਲਾਇਆ ਗਿਆ ਤੇ ਵਿਰੋਧੀਆਂ ਨੇ ਸਰਕਾਰ ਦੇ ਇਸ ਫੈਸਲੇ ਤੇ ਸਵਾਲ ਚੁੱਕੇ ਨੇ। ਸੈਣੀ ਦਾ ਕੇਸ ਲੜਨ ਵਾਲੇ ਨੂੰ ਏਜੀ ਕਿਵੇਂ ਬਣਾ ਦਿੱਤਾ ਗਿਆ? ਆਮ ਆਦਮੀ ਪਾਰਟੀ ਨੇ ਸਵਾਲ ਚੁੱਕਿਆ ਹੈ ਕਿ ਸੁਮੇਧ ਸਿੰਘ ਸੈਣੀ ਦਾ ਜਿਹੜਾ ਵਕੀਲ ਕੇਸ ਲੜ ਰਿਹਾ ਉਸ ਨੂੰ ਏਜੀ ਕਿਵੇਂ ਬਣਾ ਦਿੱਤਾ ਗਿਆ। ਬੀਜੇਪੀ ਨੇ ਕਿਹਾ ਹੈ ਕਿ ਹੁਣ ਬੇਅਦਬੀ ਕੇਸ ਦੇ ਵਿੱਚ ਇਨਸਾਫ ਦੀ ਉਮੀਦ ਬਾਕੀ ਨਹੀਂ ਰਹੀ। ਬੀਜੇਪੀ ਦਾ ਇਲਜ਼ਾਮ ਹੈ। ਦੱਸ ਦਈਏ ਕਿ ਵਿਰੋਧੀ ਇਹ ਸਵਾਲ ਇਸ ਲਈ ਚੁੱਕ ਰਹੇ ਨੇ ਕਿਉਂਕਿ ਏਪੀਐਸ ਦਿਓਲ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਕੇਸ 'ਚ ਉਹਨਾਂ ਦੀ ਪੈਰਵੀ ਕੀਤੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਮੁਅੱਤਲ ਆਈਜੀ ਉਮਰਾ ਨੰਗਲ ਦਾ ਵੀ ਕੇਸ ਲੜਿਆ ਸੀ ਤੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਸਭ ਤੋਂ ਵੱਡਾ ਜਿਹੜਾ ਕੇਸ ਦੇਖਣ ਨੂੰ ਮਿਲਿਆ ਸੀ ਸੁਮੇਧ ਸਿੰਘ ਸੈਣੀ ਦੇ ਮਾਮਲੇ ਦੇ ਵਿੱਚ ਤੇ ਬਲੈਂਕਟ ਬੇਲ ਹਾਈ ਕੋਰਟ ਤੋਂ ਮਿਲੀ ਸੀ। ਬਲੈਂਕਟ ਬੇਲ ਦੇ ਵਿੱਚ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਸੁਮੇਧ ਸਿੰਘ ਸੈਣੀ ਦੀ ਕਿਸੇ ਵੀ ਕੇਸ ਦੇ ਵਿੱਚ ਭਾਵੇਂ ਉਹ ਨਵਾਂ ਕੇਸ ਹੋਏ ਭਾਵੇਂ ਪੁਰਾਣਾ ਕੇਸ ਹੋਏ ਸਿਰਫ ਬਲਵੰਤ ਮੁਲਤਾਨੀ ਵਾਲਾ ਕੇਸ ਛੱਡ ਕੇ ਬਾਕੀ ਸਾਰੇ ਕੇਸਿਸ ਦੇ ਵਿੱਚ ਕੋਈ गिरफ्तारी नहीं हो सकती। भावें नवीं एफआईआर की जाए उस भी कोई गिरफ्तारी नहीं हो सकती 2022 दियां चोणां तक, यानी कि फरवरी 2022 तक ब्लैंकेट बेल जिहड़ी है सुमेध सिंह सैणी नूं मिली ते उस दे लई यही जिहड़े वकील सी एपीएस दिओल इन्हां ने ही बेल दवाई सी ते इस नूं लैके हुण विरोधी लगातार सवाल चुक रहे ने कि सुमेध सिंह सैणी नूं बेल दवाउण वाले वकील नूं एजी किवें लगाया जा सकदा है। नवा ही शगुफा करता जेड़ा कि कानूनन भी ठीक नहीं है, जिथे कन्फ्लिक्ट ऑफ इंटरस्ट की गल भी बनती है। सुमेध सैणी दा वकील जिन्हें उन्हों बेल दवाई उन्हों एडवोकेट जनरल ला दिता गया है। की असीं हुण उम्मीद कर सकते हैं कि जेड़ा मुख शक्की होवे जिहदे ते पूरा बड़ा शक होवे कि गोली चलाउण दा हुक्म उस वेले दे डीजीपी तो थल्ले नहीं आया होना, उस डीजीपी दे वकील नूं एडवोकेट जनरल ला के की असीं उम्मीद कर सकते हैं कि बेअदबी दे जिहड़े सही दोषी जां बेअदबी दे विच सानूं न्याय दी कोई उम्मीद रहे। अमरप्रीत सिंह दिओल जी कोटकपुरा गोलीकांड के जिहड़े आरोपी ने उन्हां दे वकील ने एक तरफ ते कांग्रेस की सरकार लगातार ये कहिंदी रही कि असीं इंसाफ देवांगे, असीं बेअदबियां दा इंसाफ देवांगे, असीं गोलीकांड दा इंसाफ देवांगे, और दूजे पासे उन्होंने आरोपियों के वकील में एडवोकेट जनरल लगा के कांग्रेस ने अपनी मंशा स्पष्ट कर दी है कि उहदे लिए ये मुद्दा सिर्फ राजनीतिक रोटियां सेकन तक ही है, इंसाफ देने की उन्होंने कोई मंशा नहीं है। ਤੇ ਨਵੇਂ ਐਡਵੋਕੇਟ ਜਨਰਲ ਏਪੀਐਸ ਦਿਓਲ ਨੇ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਤੇ ਉਹਨਾਂ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਜਵਾਬ ਵੀ ਦਿੱਤਾ। ਨਾਲ ਹੀ ਦੱਸਿਆ ਕਿ ਸਰਕਾਰ ਦਾ ਪੱਖ ਮਜ਼ਬੂਤੀ ਨਾਲ ਰੱਖਣ ਲਈ ਉਹਨਾਂ ਦੀ ਕੀ ਰਣਨੀਤੀ ਹੈ। पोस्ट ते तुसी आके बैठ गए हो, उस पोस्ट ते जिहड़े पहला शख्स सी उन्हां नूं लैके बड़े सवाल उठते रहे। हालांकि हुण जिहड़ा धड़ा सत्ता दे विच आ गया ਉਹ ਧੜਾ ਸਵਾਲ ਚੁੱਕਦਾ ਰਿਹਾ ਕਿ ਕੋਰਟ ਦੇ ਵਿੱਚ ਪ੍ਰੋਪਰ ਨੁਮਾਇੰਦਗੀ ਨਹੀਂ ਕੀਤੀ ਜਾ ਰਹੀ, ਕੋਰਟ ਦੇ ਵਿੱਚ ਪੈਰਵਾਈ ਨਹੀਂ ਕੇਸਾਂ ਦੀ ਹੋ ਪਾ ਰਹੀ, ਉਹਦੇ ਕਰਕੇ ਸਟੇਟ ਨੂੰ ਹਰ ਕੇਸ 'ਚ ਹਾਰ ਦਾ ਮੂੰਹ ਦੇਖਣਾ ਪੈਂਦਾ ਤੇ ਸਾਹਮਣੇ ਹਾਰ ਦਿਵਾਉਣ ਵਾਲੇ ਹੁੰਦੇ ਸੀ ਤੁਸੀਂ। ਇਹ ਇਤਫਾਕ ਸੀ ਕਿ ਮੈਂ ਕੈਪਟਨ ਸਾਹਿਬ ਦਾ ਵਕੀਲ ਰਿਹਾ, ਸਾਰਿਆਂ ਨੂੰ ਪਤਾ, ਲੇਕਿਨ ਉਸ ਤੋਂ ਬਾਅਦ ਕੋਈ ਹੋਰ ਸੂਟੇਬਲ ਉਹਨਾਂ ਨੂੰ ਇੱਕ ਕੈਂਡੀਡੇਟ ਲੱਗਿਆ, ਉਹਨਾਂ ਨੂੰ ਨਿਯੁਕਤ ਕੀਤਾ। ਇਹ ਹੋ ਜਾਂਦਾ ਕਈ ਵਾਰੀ ਤੇ ਪਰ ਮੈਨੂੰ ਹਮੇਸ਼ਾ ਫਿਰ ਮੈਨੂੰ ਦੂਸਰੇ ਪਾਸੇ ਕੇਸ ਅਸੈਪਟ ਕਰਨੇ ਪਏ ਗਵਰਨਮੈਂਟ ਦੇ ਤੇ ਉਹਦੇ 'ਚ ਮੈਨੂੰ ਪ੍ਰਮਾਤਮਾ ਵੱਲੋਂ ਚੰਗੀ ਸਫਲਤਾ ਮਿਲੀ, ਜਿੱਤ ਮਿਲੀ ਹੁਣ ਤੱਕ ਵੀ। ਤੇ ਇਸੇ ਕਰਕੇ ਦੁਬਾਰਾ ਮੈਨੂੰ ਉਸੇ ਸਫਲਤਾ ਕਰਕੇ ਮੈਨੂੰ ਲੱਗਦਾ ਮੈਨੂੰ ਦੁਬਾਰਾ ਉਹਨਾਂ ਨੇ ਮੁੜ ਵਾਪਸ ਬੁਲਾ ਕੇ ਉਸ ਸ਼ਖਸ ਨੂੰ ਜਾਂ ਉਸ ਸੀਨੀਅਰ ਵਕੀਲ ਨੂੰ ਏਜੀ ਲਾ ਲਿਆ ਜਿਹੜਾ ਪਹਿਲਾਂ ਵਾਲੇ ਏਜੀ ਨੂੰ ਹੁਣ ਤੱਕ ਕੇਸ ਹਰਾਉਂਦਾ ਰਿਹਾ ਪੰਜਾਬ ਸਰਕਾਰ ਨੂੰ, ਹੁਣ ਉਸੇ ਨੂੰ ਆਪਦੇ ਕਰ ਲਿਆ। ਨਹੀਂ, ਇਹ ਠੀਕ ਨਹੀਂ ਹੈ। ਉਹ ਏਜੀ ਸਾਹਿਬ ਨੂੰ ਮੈਂ ਕੋਈ ਕੇਸ ਨਹੀਂ ਹਰਾਇਆ ਕਿਉਂਕਿ ਉਹ ਪਹਿਲੇ ਏਜੀ ਸਾਹਿਬ ਕਦੇ ਪੇਸ਼ ਹੀ ਨਹੀਂ ਹੋਏ, तो इस करके वो ਤੁਸੀਂ ਬਹੁਤ ਵਧੀਆ ਗੱਲ ਕਹਿ ਰਹੇ ਹੋ ਕਿ ਪੇਸ਼ ਨਹੀਂ ਮੈਂ ਸਰਕਾਸਟਿਕਲੀ ਨਹੀਂ ਕਹਿ ਰਿਹਾ, ਉਹ ਨਹੀਂ ਉਹਨਾਂ ਦਾ ਆਪਣਾ ਤੁਸੀਂ ਪੇਸ਼ ਹੋਇਆ ਕਰੋਗੇ। ਮੈਂ ਤਾਂ ਕੰਮ ਹੀ ਇਹ ਕਰਦਾ ਜੀ, ਮੈਂ ਤਾਂ ਸਾਰੇ ਕੇਸ ਆਪ ਲੜਿਆ ਰਿਹਾ ਹੀ ਨਹੀਂ ਜਾਂਦਾ, ਮੈਂ ਤਾਂ ਕਚਹਿਰੀ ਜਾਏ ਬਿਨਾ, ਕੋਰਟ 'ਚ ਅਪੀਅਰ ਹੋਏ ਬਿਨਾ। ਤਾਂ ਪੰਜਾਬ ਦੇ ਲੋਕ ਤੁਹਾਡੇ ਤੋਂ ਕੀ ਉਮੀਦ ਕਰਨ, ਕਿਉਂਕਿ ਦੇਖੋ ਕੋਰਟਾਂ ਦੇ ਵਿੱਚ ਬੜੇ ਵੱਡੇ ਵੱਡੇ ਮਸਲੇ ਨੇ, ਪੰਜਾਬ ਦੇ ਲੋਕ ਤੁਹਾਡੇ ਤੋਂ ਕੀ ਉਮੀਦਾਂ ਕਰਨ ਵੀ ਕੀ ਪੰਜਾਬ ਸਰਕਾਰ, ਕਿਉਂਕਿ ਕੇਸ ਤਾਂ ਪੰਜਾਬ ਦੇ ਲੋਕਾਂ ਦੇ ਨੇ, ਤਾਂ ਕੀ ਉਹ ਕੇਸ ਪੰਜਾਬ ਸਰਕਾਰ ਹੁਣ ਜਿੱਤਿਆ ਕਰੇਗੀ ਜਿਹੜੇ ਤੋਂ ਪਹਿਲਾਂ ਸ਼ਾਇਦ ਜਿੱਤ ਸ਼ਬਦ ਕਾਫੀ ਟਾਈਮ ਹੋ ਗਿਆ। ਨਹੀਂ ਅਸੀਂ ਪੂਰਾ ਆਪਣਾ ਜੋ ਮੇਰਾ ਐਕੂਮੈਨ ਆ 37 ਸਾਲ ਦੀ ਪ੍ਰੈਕਟਿਸ ਦਾ ਤੇ ਮੇਰਾ ਜੋ ਐਕਸਪੀਰੀਅੰਸ ਆ ਮੈਂ ਉਹਨੂੰ ਆਪ ਤਹਿ ਦਿਲ
ਦਫ਼ਤਰ 'ਚੋਂ ਕੰਮ ਕਰੂੰਗਾ। ਸਾਡਾ ਕੋਈ ਕੈਂਪ ਕੁੰਪ ਆਫਿਸ ਨਹੀਂ ਹੋਊਗਾ। ਸਾਡਾ ਕਲਚਰ ਵਰਕ ਕਲਚਰ ਜਿਹੜਾ ਬੜਾ ਜਿਹੜਾ ਕਿ ਤੁਸੀਂ ਕਹਿ ਰਹੇ ਹੋ ਡੀਗ੍ਰੇਡ ਬੜਾ ਸਤਰ ਉਹਦਾ ਨਹੀਂ ਪ੍ਰੋਪਰ ਸੀ, ਉਹਨੂੰ ਉੱਤੇ ਉਠਾਵਾਂਗੇ ਤੇ ਵਰਕ ਕਲਚਰ ਨੂੰ ਦੁਬਾਰਾ ਇੰਟਰੋਡਿਊਸ ਕਰਾਂਗੇ। ਏਜੀ ਆਫਿਸ ਦਾ ਵਰਕ ਕਲਚਰ ਇੰਪਰੂਵ ਹੋਵੇ, ਸਾਡੀ ਵਰਕਿੰਗ 'ਚ ਐਫੀਸ਼ੀਐਂਸੀ ਦਿਸੂਗੀ ਤੁਹਾਨੂੰ। ਇਹ ਮੇਰਾ ਇੱਕੋ ਮੁੱਦਾ ਏਜੀ। ਇੱਕ ਦਿਓਲ ਸਾਹਿਬ ਤੁਸੀਂ ਏਜੀ ਲੱਗੇ ਹੋ, ਏਜੀ ਚਲੋ ਤੁਸੀਂ ਅੱਜ ਲੱਗੇ ਹੋ, ਇਸ ਤੋਂ ਪਹਿਲਾਂ ਤੁਸੀਂ ਕੇਸ ਲੜਦੇ ਸੀ ਸਰਕਾਰ ਦੇ ਖਿਲਾਫ, ਤਾਂ ਉਹਨਾਂ ਕੇਸਾਂ ਦੇ ਵਿੱਚੋਂ ਇੱਕ ਕੇਸ ਨੂੰ ਲੈ ਕੇ ਤੁਹਾਡੀ ਜੁਆਇਨਿੰਗ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸੀ ਕਿ ਸੁਮੇਧ ਸਿੰਘ ਸੈਣੀ ਦਾ ਕੇਸ ਉਹ ਤੁਸੀਂ ਲੜਦੇ ਸੀ, ਉਹਨਾਂ ਦੇ ਵਕੀਲ ਹੋ ਤੁਸੀਂ, ਹੁਣ ਤੱਕ ਵਕੀਲ ਰਹੇ ਹੋ, ਔਰ ਉਸ ਕੇਸ ਦੇ ਵਿੱਚ ਸਰਕਾਰ ਨੂੰ ਵੱਡੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਸ਼ਾਇਦ ਉਹ ਵੀ ਤੁਹਾਡੇ ਸਿਰ ਤੇ ਸਿਹਰਾ ਸੀ ਤੇ ਪੰਜਾਬ ਸਰਕਾਰ ਨੂੰ ਉਹਦੇ 'ਚ ਨਾਮੋਸ਼ੀ ਹੋਈ ਸੀ। ਹਾਂਜੀ, ਉਹ ਇਸ ਤਰ੍ਹਾਂ ਸੀ ਕਿ ਦੋ ਤਰ੍ਹਾਂ ਦੀਆਂ ਉਸ 'ਚ ਗੱਲਾਂ ਸੀਗੀਆਂ। ਇੱਕ ਤਾਂ ਹੈਗੇ ਆ ਸੈਕਰੀਲੇਜ ਦੇ ਕੇਸਿਸ ਜਿਹੜੇ ਕਿ ਬੇਅਦਬੀ ਕੇਸ ਆ, ਉਹ 3 FIR ਆ, ਉਹ ਇੱਕ ਅਲੱਗ ਆ। ਇਹ ਜਿਹੜੇ ਕੇਸ ਮੈਂ ਸੈਕਰੀਲੇਜ ਦੇ ਕੇਸ ਨਹੀਂ ਕਦੇ ਗਵਰਨਮੈਂਟ ਦੇ ਖਿਲਾਫ ਪੇਸ਼ ਹੋਇਆ। ਮੈਂ ਤਾਂ ਸਿਰਫ ਇੱਕ ਲਾਅ ਐਂਡ ਆਰਡਰ 'ਚੋਂ ਰਾਈਜ਼ ਜਿਹੜੇ 2 ਕੇਸ ਹੋਏ ਸੀ ਉਹਦੇ 'ਚ ਇੱਕ ਬੰਦੇ ਦੀ ਨੁਮਾਇੰਦਗੀ ਕੀਤੀ ਸੀ। ਇਸ ਕਰਕੇ ਉਹ ਕੇਸ ਹੁਣ ਆਲਰੇਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਆ। ਇਸ ਕਰਕੇ ਹੁਣ ਉਹਦੇ 'ਚ ਕੋਈ ਮੇਰਾ ਜ਼ਿਆਦਾ ਰੋਲ ਵੀ ਨਹੀਂ ਰਹਿ ਗਿਆ ਸੀ। ਇਸ ਕਰਕੇ ਮੈਨੂੰ ਉਹਨਾਂ ਕੇਸਾਂ ਨਾਲ ਕੋਈ ਟੈਗ ਕਰਨ ਦਾ ਉਹਦੇ 'ਚ ਕੋਈ ਹੁਣ ਬਾਕੀ ਮੁੱਦਾ ਵਾਪਸ ਰਹਿ ਨਹੀਂ ਗਿਆ। ਉਮਰਾਂ ਨੰਗਲ ਵਗੈਰਾ ਜਾਂ ਹੋਰ ਪੁਲਿਸ ਅਫਸਰਾਂ ਨੂੰ ਰਾਹਤ ਜਿਹੜੀ ਮਿਲੀ ਉਹ ਵੀ ਦੱਸ ਦਿਓ ਤੁਸੀਂ। ਉਹ ਤਾਂ ਬੇਲ ਸਟੇਜ ਤੱਕ ਸੀ, ਬੇਲ ਜ਼ਰੂਰ ਉਹਨਾਂ ਦੀਆਂ ਹੋਈਆਂ। ਤੁਸੀਂ ਦਵਾਈ ਸੀ ਉਹ? ਹਾਂਜੀ, ਮੈਂ ਵਕੀਲ ਸੀ ਉਹਨਾਂ ਦਾ। ਲੇਕਿਨ ਉਸ ਤੋਂ ਬਾਅਦ 2 ਸਾਲ ਹੋ ਗਏ, ਉਸ ਤੋਂ ਬਾਅਦ ਉਹ ਕੇਸ ਹੁਣ ਇੱਕ ਪਾਸਾ ਹੋ ਚੁੱਕੇ ਹਨ। ਸਿਰਫ ਇੱਕ ਕੇਸ ਦੀ ਇਨਵੈਸਟੀਗੇਸ਼ਨ ਦੁਬਾਰਾ ਖੁੱਲੀ ਆ। ਉਹ ਜਿਹੜੀ ਇਨਵੈਸਟੀਗੇਸ਼ਨ ਦੁਬਾਰਾ ਖੁਲਾਉਣ ਦਾ ਕੇਸ ਸੀ ਉਹ ਮੈਂ ਨਹੀਂ ਕੀਤਾ, ਉਹਦੇ ਸਾਡੇ ਹੋਰ ਬੜੇ ਸੀਨੀਅਰ ਵਕੀਲ ਮਤਲਬ ਆਪਣੇ ਸੀਗੇ ਪ੍ਰਾਈਵੇਟ ਕਾਉਂਸਲ ਚੀਮਾ ਸਾਹਿਬ, ਉਹਨਾਂ ਨੇ ਕੀਤਾ ਸੀ। ਉਹ ਕੇਸ ਮੈਂ ਨਹੀਂ ਸੀਗਾ। ਇੱਕ ਚੀਜ਼ ਹੋਰ ਬੜੀ ਸਾਫ਼ ਕਰਨੀ ਚਾਹਾਂ ਕਿਉਂਕਿ ਹੁਣ ਤੁਸੀਂ ਪੰਜਾਬ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਪੈ ਗਈ ਕੋਰਟ ਦੇ ਵਿੱਚ, ਤਾਂ ਪੰਜਾਬ ਦੇ ਲੋਕ ਇਹ ਬੜਾ ਸਪਸ਼ਟ ਜਾਣਨਾ ਚਾਹੁੰਦੇ ਆ ਕਿ ਹੁਣ ਤੱਕ ਤੁਸੀਂ ਪੰਜਾਬ ਸਰਕਾਰ ਦੇ ਖਿਲਾਫ ਕੇਸ ਲੜਦੇ ਰਹੇ ਹੋ, ਹੁਣ ਤੁਸੀਂ ਪੰਜਾਬ ਸਰਕਾਰ ਦੇ ਵੱਲੋਂ ਲੜਨਾ, ਤਾਂ ਜਿਹੜੇ ਵੱਡੇ ਵੱਡੇ ਕੇਸ ਇਸ ਤੋਂ ਪਹਿਲਾਂ ਤੁਹਾਡੇ ਕੋਲੇ ਹੈਗੇ ਨੇ ਉਹਨਾਂ ਕੇਸਾਂ ਦਾ ਕੀ ਹੋਊਗਾ? ਕੀ ਤੁਸੀਂ ਸਾਰੇ ਕੇਸਾਂ ਨੂੰ ਛੱਡ ਦਿਓਗੇ? ਇਸ ਤਰ੍ਹਾਂ ਹੁੰਦਾ ਜੀ, ਜਦੋਂ ਐਡਵੋਕੇਟ ਜਨਰਲ ਦਾ ਆਫਿਸ ਤੁਸੀਂ ਉਹਦਾ ਸੰਭਾਲ ਲਓ, ਤੁਸੀਂ ਸਟੇਟ ਦੇ ਖਿਲਾਫ ਪੇਸ਼ ਨਹੀਂ ਹੋ ਸਕਦੇ। ਤਾਂ ਇਸ ਕਰਕੇ ਇਟ ਗੋਜ਼ ਵਿਦਆਊਟ ਸੇਇੰਗ, ਇਹ ਤਾਂ ਗੱਲ ਪੁੱਛਣ ਯੋਗ ਹੀ ਨਹੀਂ ਹੈ। ਤੁਹਾਡੀ ਟੀਮ ਹੈ ਜਿਹੜੀ, ਕਿਉਂਕਿ ਤੁਹਾਡੀ ਇੱਕ ਵੱਡੀ ਟੀਮ ਹੈ, ਉਹ ਟੀਮ ਲੜੇਗੀ, ਫਿਰ ਸਲਾਹ ਤੁਸੀਂ ਸਰਕਾਰ ਵਾਲੇ ਪਾਸੇ ਵਰਤੋ ਜਾਂ ਉਹਨਾਂ ਨੂੰ ਵੀ ਸਲਾਹ ਦੇਣੀ ਪਏਗੀ? ਨਹੀਂ, ਮੇਰਾ ਉਸ ਕੇਸ ਨਾਲ ਕੋਈ ਤਲਕ ਵਾਸਤਾ ਨਹੀਂ ਹੋਊਗਾ, ਨਾ ਮੈਂ ਉਹਨਾਂ ਕੇਸਾਂ 'ਚ ਅਪੀਅਰ ਹੋਊਂਗਾ। ਤੇ ਉਹ ਚਾਹੇ ਲਿਫਾਫੇ ਆਪਣੇ ਕੋਈ ਵੀ ਕਾਉਂਸਲ ਉਹਨਾਂ ਨੂੰ ਕਹਿਤਾ ਮੈਂ ਆਪਣਾ ਲਾਇਰ ਤੁਸੀਂ ਆਪਣਾ ਹੋਰ ਲੱਭ ਲਓ। ਪਰ ਕਿਤੇ ਨਾ ਕਿਤੇ ਨਹੀਂ ਲੱਗਦਾ ਤੁਹਾਨੂੰ ਕਿ ਇਹ ਉਸ ਤੋਂ ਵੱਡੀ ਚੁਣੌਤੀ ਤੁਹਾਡੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ? ਵਿਰੋਧੀ ਧਿਰਾਂ ਵੀ ਆਵਾਜ਼ ਉਠਾ ਸਕਦੀਆਂ ਨੇ ਇਸ ਚੀਜ਼ ਨੂੰ ਲੈ ਕੇ, ਸਾਰਿਆਂ ਨੂੰ ਪਤਾ ਮੁੱਖ ਮੁੱਦੇ ਨੇ ਜੀ ਮੇਰੇ ਕੰਡਕਟ ਬਾਰੇ ਸਾਰੇ ਪੰਜਾਬ ਨੂੰ ਪਤਾ। ਉਹਨਾਂ ਨੇ, ਮੈਂ ਵਕੀਲ ਸਾਰੇ ਪਾਸੇ, ਕਈ ਵਕੀਲ ਜਦੋਂ ਹੁੰਦਾ ਪ੍ਰੋਫੈਸ਼ਨਲ ਆਪਣੀ ਲਾਈਮਲਾਈਟਸ ਹੁੰਦਾ ਉਹਨੂੰ ਹਰ ਧਿਰ ਉਹਨੂੰ ਇੰਗੇਜ ਕਰਦੀ ਹੈ। ਤੋ ਇਹਦੇ ਨਾਲ ਇਹ ਨਹੀਂ ਹੈ ਕਿ ਮੈਂ ਕਿਸੇ ਨਾਲ ਬੰਨਿਆ ਗਿਆ, ਨਾ ਮੈਂ ਕਿਸੇ ਪਹਿਲਾਂ ਪਾਰਟੀ ਨਾਲ ਬੰਨਿਆ ਸੀ। ਮੈਂ ਇੰਡੀਪੈਂਡੈਂਟ ਪ੍ਰੋਫੈਸ਼ਨਲ ਲਾਇਰ ਹਾਂ ਤੇ ਇਸ ਕਰਕੇ ਮੇਰੀ ਆਪਣੀ ਰੈਪੂਟੇਸ਼ਨ ਜਾਂ ਮੇਰੇ ਆਪਣੇ ਕੰਡਕਟ ਕਰਕੇ ਮੈਨੂੰ ਇੰਗੇਜ ਕਰਦੇ ਸੀ। ਹੁਣ ਜਦੋਂ ਮੈਂ ਇੱਕ ਪਾਰਟੀ ਨਾਲ ਉਹਦਾ ਰਿਪਰੈਜ਼ੈਂਟੇਟਿਵ ਬਣ ਗਿਆ, ਹੁਣ ਉਹ ਮਤਲਬ ਹੀ ਨਹੀਂ ਹੈ ਕਿ ਮੇਰਾ ਕਿਸੇ ਦੂਸਰੇ ਕਲਾਇੰਟ ਨਾਲ ਇਸ ਤਰ੍ਹਾਂ ਜਿਹੜਾ ਸਟੇਟ ਦੇ ਇੰਟਰਸਟ ਦੇ ਖਿਲਾਫ ਹੋਵੇ ਉਹਦੇ ਨਾਲ ਕੋਈ ਵਾਸਤਾ ਰਵੇ। ਕਈ ਕੇਸ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੂੰ ਇਸ ਤੋਂ ਪਹਿਲਾਂ ਹਾਰਨੇ ਪਏ ਜੀ। ਕੋਲ ਵਾਸ਼ਿੰਗ ਵਾਲਾ ਮੈਟਰ ਤੁਹਾਡੇ ਧਿਆਨ 'ਚ ਹਰ ਚੀਜ਼ ਹੈ ਕਿਉਂਕਿ ਤੁਸੀਂ ਸੀਨੀਅਰ ਵਕੀਲ ਹੋ, ਤੇ ਜਿਹੜਾ ਕੇਸ ਤੁਹਾਡੇ ਹੱਥਾਂ 'ਚੋਂ ਨਹੀਂ ਵੀ ਲੰਘਿਆ ਤੁਹਾਡੇ ਉਹ ਵੀ ਟਿਪਸ ਤੇ ਹੋਏਗਾ। ਕੋਲ ਵਾਸ਼ਿੰਗ ਦਾ ਮੈਟਰ ਸੀ, ਉਹਦੇ 'ਚ ਹਜ਼ਾਰਾਂ ਕਰੋੜ ਦਾ ਜਿਹੜਾ ਪੰਜਾਬ ਨੂੰ ਨੁਕਸਾਨ ਹੋਇਆ। ਐਸੇ ਕੇਸ ਇਹ ਬੜੀ ਅਨਫੋਰਚੂਨੇਟ ਗੱਲ ਹੈ ਜੀ ਕਿ ਵੀ ਐਡੇ ਵੱਡੇ ਕੇਸਾਂ 'ਚ ਪੰਜਾਬ ਨੂੰ ਹਾਰ ਮਿਲਦੀ ਰਹੀ ਹੈ ਤੇ ਉਹਦਾ ਹੀ ਨਤੀਜਾ ਕਿ ਇਹ ਸਾਰੀਆਂ ਗੱਲਾਂ ਹੁਣ ਇਸ ਲਾਸਟ ਸਟੇਜ ਤੇ ਉੱਭਰ ਕੇ ਆਈਆਂ। ਇਹ ਸਾਰਾ ਕੁਝ ਬਹੁਤ ਪਹਿਲਾਂ ਵੀ ਇਹ ਜਿਹੜੀ ਹੈ ਨਾ, ਇਹ ਜਿਹੜਾ ਹੁਣ ਇਸ ਨੁਕਸਾਨ ਪਹਿਲਾਂ ਵੀ ਇਹ ਸੰਭਾਲਿਆ ਜਾ ਸਕਦਾ ਸੀ ਤੇ ਹੁਣ ਗਵਰਨਮੈਂਟ ਨੇ ਲਾਸਟ ਮੌਕੇ ਤੇ ਚਲੋ ਆ ਕੇ ਸੰਭਾਲਿਆ। ਇਹ ਹਲੇ ਕ੍ਰੂਸ਼ਲ 5 ਮਹੀਨੇ ਹੈਗੇ ਆ ਤੇ ਜੇ ਜਿੰਨਾ ਰਿਟਰੀਵ ਹੋਊਗਾ, ਇੱਕ ਪੈਸਾ ਸਟੇਟ ਗਵਰਨਮੈਂਟ ਐਕਸਚੇਕਰ ਦਾ ਜਿਹੜਾ ਇਹਨਾਂ ਫਜ਼ੂਲ ਕੰਮਾਂ ਤੇ ਵੇਸਟ ਹੋਇਆ ਜਾਂ ਬਾਹਰੋਂ ਵਕੀਲ ਕਰਕੇ ਵੇਸਟ ਹੋਇਆ, ਉਹ ਮੈਂ ਨਹੀਂ ਹੋਣ ਦਊਂਗਾ। ਯਾਨੀ ਜਿਹੜੇ ਪਹਿਲਾਂ ਲੱਖਾਂ ਰੁਪਇਆ ਪੇਸ਼ੀ ਤੇ ਲਈ ਸਪੈਸ਼ਲ ਵਕੀਲ ਬੁਲਾਏ ਜਾਂਦੇ ਸੀ, ਇਹ ਜਿਹਦੇ ਹੁੰਦੇ ਆ, ਕੋਈ ਵਕੀਲ ਬਾਹਰੋਂ ਨਹੀਂ ਆਊਗਾ। ਸਾਡੀ ਟੀਮ ਇੱਥੇ ਬਣਾਵਾਂਗੇ। ਤਾਂ ਏਪੀਐਸ ਦਿਓਲ ਦੇ ਵੱਲੋਂ ਏਪੀਐਸ ਦਿਓਲ ਨੂੰ ਏਜੀ ਬਣਾਇਆ ਗਿਆ ਤੇ ਉਸ ਤੇ ਵਿਵਾਦ ਛਿੜਿਆ ਤੇ ਏਪੀਐਸ ਦਿਓਲ ਨੇ ਇਸ ਪੂਰੇ ਮਸਲੇ ਤੇ
ਵਿਰੋਧੀਆਂ ਦੇ ਵੱਲੋਂ ਜਿਹੜੇ ਸਵਾਲ ਚੁੱਕੇ ਗਏ ਨੇ ਉਸ ਤੇ ਜਵਾਬ ਦਿੱਤਾ ਹੈ। ਇੱਕ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਉਹ ਸੁਮੇਧ ਸਿੰਘ ਸੈਣੀ ਦੇ ਜਾਂ ਹੋਰਾਂ ਦੇ ਵਕੀਲ ਨਹੀਂ ਰਹਿਣਗੇ, ਕਿਉਂਕਿ ਹੁਣ ਉਹ AG ਬਣ ਗਏ ਨੇ, ਯਾਨੀ ਕਿ ਪੰਜਾਬ ਗਵਰਨਮੈਂਟ ਦੇ ਐਡਵੋਕੇਟ ਜਨਰਲ ਬਣ ਗਏ ਨੇ, ਇਸ ਲਈ ਉਹਨਾਂ ਕੇਸਿਸ ਦੇ ਵਿੱਚ ਅਪੀਅਰ ਨਹੀਂ ਹੋਣਗੇ। ਦੂਸਰਾ ਕਿ ਉਹ ਕੇਸਿਸ ਜਿਹੜੇ ਹੋਣਗੇ ਉਹਨਾਂ ਦੇ ਵਿੱਚ ਅਗਰ ਉਹ ਰਿਲੇਟਡ ਕੇਸ ਵੀ ਹੈ ਤਾਂ ਉਸ ਦੇ ਲਈ ਉਹ ਕੋਈ ਹੋਰ ਕਾਉਂਸਲ ਯਾਨੀ ਕਿ ਕੋਈ ਹੋਰ ਵਕੀਲ ਅਪਾਇੰਟ ਕਰਨਗੇ ਤੇ ਖੁਦ ਉਹਨਾਂ ਕੇਸਿਸ ਦੇ ਵਿੱਚ ਅਪੀਅਰ ਨਹੀਂ ਹੋਣਗੇ, ਕਿਉਂਕਿ ਕਨਫਲਿਕਟ ਆਫ ਇੰਟਰਸਟ ਦੀ ਜਿਹੜੀ ਗੱਲ ਜਾਂ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਉਸ ਨੂੰ ਲੈ ਕੇ ਜਵਾਬ ਦਿੱਤਾ ਗਿਆ। ਤੀਸਰਾ ਕਿ ਜਿਹੜੇ ਕੇਸਿਸ ਸੀਗੇ ਉਹਨਾਂ ਨੇ ਕੇਸਿਸ ਦੇ ਬਾਰੇ ਵੀ ਸਾਫ਼ ਕੀਤਾ ਕਿ ਕਿਹੜੇ-ਕਿਹੜੇ ਕੇਸ ਦੇ ਵਿੱਚ ਉਹ ਅਪੀਅਰ ਹੋਏ ਨੇ, ਜਾਂ ਉਹ ਕਿਉਂਕਿ ਸਰਕਾਰ ਦੇ ਉਸ ਵੇਲੇ ਐਡਵੋਕੇਟ ਜਨਰਲ ਨਹੀਂ ਸੀਗੇ ਤਾਂ ਉਹ ਇਸ ਕਰਕੇ ਇਹਨਾਂ ਕੇਸਿਸ ਦੇ ਵਿੱਚ ਅਪੀਅਰ ਹੋਏ ਸੀ। ਤਾਂ ਉਹਨਾਂ ਸਾਰੀਆਂ ਗੱਲਾਂ ਤੇ APS ਦਿਓਲ ਜਵਾਬ ਦਿੰਦੇ ਨਜ਼ਰ ਆਏ ਨੇ ਤੇ ਖਾਸ ਕਰਕੇ ਇੱਕ ਟਿੱਪਣੀ ਜਿਹੜੀ ਅਤੁਲ ਨੰਦਾ ਜਿਹੜੇ ਪਹਿਲਾਂ ਐਡਵੋਕੇਟ ਜਨਰਲ ਸੀ ਉਹਨਾਂ ਦੇ ਉੱਤੇ ਵੀ ਕੀਤੀ ਕਿ ਉਹ ਖੁਦ ਕੋਰਟ ਜਾਂਦੇ ਹੀ ਨਹੀਂ ਸੀ। ਤਾਂ ਉਹ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਉਹਨਾਂ ਨੂੰ ਹਰਾਉਂਦੇ ਰਹੇ ਹੋ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਹਰਾਉਣ ਵਾਲੀ ਗੱਲ ਇਸ ਕਰਕੇ ਕਹੀ ਨਹੀਂ ਜਾ ਸਕਦੀ ਕਿਉਂਕਿ ਉਹ ਕਦੇ ਕੋਰਟ ਆਉਂਦੇ ਹੀ ਨਹੀਂ ਸੀ ਤੇ ਮੈਂ ਤਾਂ ਖੁਦ ਕਚਹਿਰੀ ਜਾਵਾਂਗਾ, ਮੈਂ ਖੁਦ ਆਪਣੀ ਟੀਮ ਤਿਆਰ ਕਰਾਂਗਾ ਤੇ ਅਸੀਂ ਇੱਥੋਂ ਹੀ ਜਿਹੜੇ ਪੰਜਾਬ ਗਵਰਨਮੈਂਟ ਦੇ ਜਿਹੜੇ ਕੇਸਿਸ ਹੋਣਗੇ ਉਹਨਾਂ ਦੀ ਪੈਰਵੀ ਕਰਾਂਗੇ। ਤਾਂ APS ਦਿਓਲ ਨੇ ਜਵਾਬ ਦਿੱਤੇ ਨੇ ਸਾਰੀਆਂ ਗੱਲਾਂ ਦੇ। ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ। APS ਦਿਓਲ ਨੂੰ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਲਗਾਇਆ ਗਿਆ, ਜਿਸ ਨੂੰ ਲੈ ਕੇ ਲਗਾਤਾਰ ਹੁਣ ਵਿਵਾਦ ਛਿੜ ਗਿਆ। ਜਦੋਂ ਉਹਨਾਂ ਦਾ ਨਾਮ ਕੰਸੀਡਰ ਕੀਤਾ ਜਾ ਰਿਹਾ ਸੀ ਉਦੋਂ ਵੀ ਵਿਵਾਦ ਛਿੜ ਗਿਆ ਸੀ, ਲੇਕਿਨ ਹੁਣ ਤਾਂ ਨਿਯੁਕਤੀ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਆਮ ਆਦਮੀ ਪਾਰਟੀ BJP ਦੇ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਸੁਮੇਧ ਸਿੰਘ ਸੈਣੀ ਦੇ ਵਕੀਲ ਨੂੰ, ਜਿਸਨੇ ਸੁਮੇਧ ਸਿੰਘ ਸੈਣੀ ਨੂੰ ਹਾਈਕੋਰਟ ਤੋਂ ਬਲੈਂਕਟ ਬੇਲ ਲੈ ਕੇ ਦਿੱਤਾ ਹੋਏ, ਉਸ ਨੂੰ ਐਡਵੋਕੇਟ ਜਨਰਲ ਕਿਵੇਂ ਲਾਇਆ ਜਾ ਸਕਦਾ ਹੈ, ਜਦਕਿ ਖਾਸ ਕਰਕੇ ਬੇਅਦਬੀ ਦੇ ਮੁੱਦੇ ਤੇ ਹੀ ਇਸ ਜਿਹੜਾ ਸਾਰਾ ਪੰਜਾਬ ਕਾਂਗਰਸ ਦਾ ਪਿਛਲਾ ਵਿਵਾਦ ਦੇਖਣ ਨੂੰ ਮਿਲਿਆ, ਜਿਸ ਕਰਕੇ ਕਈ ਹੋਰ ਮੁੱਦੇ ਵੀ ਸੀ ਲੇਕਿਨ ਬੇਅਦਬੀ ਦਾ ਮੁੱਦਾ ਸਭ ਤੋਂ ਵੱਡਾ ਸੀ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਤੱਕ ਦੇਣਾ ਪਿਆ, ਜਿਹੜਾ ਸਾਰਾ ਕਲੇਸ਼ ਹੋਇਆ। ਉਸ ਤੋਂ ਬਾਅਦ ਨਵੇਂ ਮੁੱਖ ਮੰਤਰੀ ਬਣਦੇ ਨੇ, ਨਵੀਂ ਕੈਬਨਿਟ ਬਣਦੀ ਹੈ, ਕਿਹਾ ਗਿਆ ਕਿ ਬੇਅਦਬੀ ਦੇ ਕੇਸਿਸ ਦੇ ਵਿੱਚ ਇਨਸਾਫ ਹੋਏਗਾ। ਤਾਂ ਉਹ ਸਾਰੇ ਮੁੱਦੇ ਨੂੰ ਲੈ ਕੇ ਹੁਣ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਇੰਨਾ ਵੱਡਾ ਫੈਸਲਾ ਜਿਹੜਾ ਲਿਆ ਗਿਆ ਹੈ, ਨਵਾਂ ਐਡਵੋਕੇਟ ਜਨਰਲ ਅਪਾਇੰਟ ਕੀਤਾ ਗਿਆ ਤੇ ਉਹ ਵੀ ਉਸ ਸ਼ਖਸ ਨੂੰ ਅਪਾਇੰਟ ਕੀਤਾ ਗਿਆ ਜਿਹੜਾ ਕਿ ਸੁਮੇਧ ਸਿੰਘ ਸੈਣੀ ਦਾ ਵਕੀਲ ਹੈ ਤੇ ਜਿਸਨੇ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਤੋਂ ਬਲੈਂਕਟ ਬੇਲ ਲੈ ਕੇ ਦਿੱਤੀ ਹੈ। ਬਲੈਂਕਟ ਬੇਲ 2022 ਦੀਆਂ ਚੋਣਾਂ ਤੱਕ ਬਲੈਂਕਟ ਬੇਲ ਹੈ। ਕੋਈ ਵੀ ਅਗਰ ਨਵੀਂ FIR ਵੀ ਹੁੰਦੀ ਹੈ ਤਾਂ ਉਸ ਦੇ ਵਿੱਚ ਵੀ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਹੈ। ਹਾਈ ਕੋਰਟ ਦੇ ਆਰਡਰ ਨੇ ਤੇ ਸਿਰਫ ਇੱਕ ਕੇਸ ਜਿਹੜਾ ਬਲਵੰਤ ਮੁਲਤਾਨੀ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਉਸ ਨੂੰ ਛੱਡ ਕੇ ਬਾਕੀ ਕਿਸੇ ਵੀ ਕੇਸ ਦੇ ਵਿੱਚ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ। ਤੇ ਜਿਹੜੇ ਵਕੀਲ ਨੇ ਇਹ ਬਲੈਂਕਟ ਬੈਨ ਲੈ ਕੇ ਦਿੱਤਾ ਹੈ ਉਸ ਨੂੰ ਹੁਣ ਪੰਜਾਬ ਸਰਕਾਰ ਨੇ AG ਲਾਇਆ ਹੈ। ਇਸ ਨੂੰ ਲੈ ਕੇ ਵਿਰੋਧੀ ਹੁਣ ਲਗਾਤਾਰ ਸਵਾਲ ਚੁੱਕ ਰਹੇ ਨੇ। ਨਵਾਂ ਹੀ ਪੰਜਾਬ ਸਰਕਾਰ ਦੇ ਸ਼ਗੂਫਾ ਕਰਤਾ ਜਿਹੜਾ ਕਿ ਕਾਨੂੰਨਨ ਵੀ ਠੀਕ ਨਹੀਂ ਹੈ, ਜਿੱਥੇ ਕਨਫਲਿਕਟ ਆਫ ਇੰਟਰਸਟ ਦੀ ਗੱਲ ਵੀ ਬਣਦੀ ਹੈ। ਸੁਮੇਧ ਸੈਣੀ ਦਾ ਵਕੀਲ ਜਿਹਨੇ ਉਹਨੂੰ ਬੇਲ ਦਵਾਈ ਉਹਨੂੰ ਐਡਵੋਕੇਟ ਜਨਰਲ ਲਾ ਦਿੱਤਾ ਗਿਆ ਹੈ। ਕੀ ਅਸੀਂ ਹੁਣ ਉਮੀਦ ਕਰ ਸਕਦੇ ਹਾਂ ਕਿ ਜਿਹੜਾ ਮੁੱਖ ਸ਼ੱਕੀ ਹੋਵੇ, ਜਿਹਦੇ ਤੇ ਪੂਰਾ ਵੱਡਾ ਸ਼ੱਕ ਹੋਵੇ ਕਿ ਗੋਲੀ ਚਲਾਉਣ ਦਾ ਹੁਕਮ ਉਸ ਵੇਲੇ ਦੇ DGP ਤੋਂ ਥੱਲੇ ਨਹੀਂ ਆਇਆ ਹੋਣਾ, ਉਸ DGP ਦੇ ਵਕੀਲ ਨੂੰ ਐਡਵੋਕੇਟ ਜਨਰਲ ਲਾ ਕੇ ਕੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਬੇਅਦਬੀ ਦੇ ਜਿਹੜੇ ਸਹੀ ਦੋਸ਼ੀ ਹੈ ਜਾਂ ਬੇਅਦਬੀ ਦੇ ਵਿੱਚ ਸਾਨੂੰ ਨਿਆਂ ਦੀ ਕੋਈ ਉਮੀਦ ਰਹਿ ਗਈ ਹੈ? ਅਮਰਪ੍ਰੀਤ ਸਿੰਘ ਦਿਓਲ ਜੀ ਕੋਟਕਪੂਰਾ ਗੋਲੀकांड ਦੇ ਜਿਹੜੇ ਆਰੋਪੀ ਨੇ ਉਹਨਾਂ ਦੇ ਵਕੀਲ ਨੇ। ਇੱਕ ਤਰਫ ਤੇ ਕਾਂਗਰਸ ਦੀ ਸਰਕਾਰ ਲਗਾਤਾਰ ਇਹ ਕਹਿੰਦੀ ਰਹੀ ਕਿ ਅਸੀਂ ਇਨਸਾਫ ਦੇਵਾਂਗੇ, ਅਸੀਂ ਬੇਅਦਬੀਆਂ ਦਾ ਇਨਸਾਫ ਦੇਵਾਂਗੇ, ਅਸੀਂ ਗੋਲੀकांड ਦਾ ਇਨਸਾਫ ਦੇਵਾਂਗੇ, ਔਰ ਦੂਜੇ ਪਾਸੇ ਉਹਨਾਂ ਦੇ ਆਰੋਪੀਆਂ ਦੇ ਵਕੀਲ ਨੂੰ ਐਡਵੋਕੇਟ ਜਨਰਲ ਲਗਾ ਕੇ ਕਾਂਗਰਸ ਨੇ ਆਪਣੀ ਮਨਸ਼ਾ ਸਪਸ਼ਟ ਕਰ ਦਿੱਤੀ ਹੈ ਕਿ ਉਹਦੇ ਲਈ ਇਹ ਮੁੱਦਾ ਸਿਰਫ ਰਾਜਨੀਤਿਕ ਰੋਟੀਆਂ ਸੇਕਣ ਤੱਕ ਹੀ ਹੈ, ਇਨਸਾਫ ਦੇਣ ਦੀ ਉਹਨਾਂ ਦੀ ਕੋਈ ਮਨਸ਼ਾ ਨਹੀਂ ਹੈ। ਸੁਮੇਧ ਸੈਣੀ ਦਾ ਵਕੀਲ ਜਿਹਨੇ ਉਹਨੂੰ ਬੇਲ ਦਵਾਈ ਉਹਨੂੰ ਐਡਵੋਕੇਟ ਜਨਰਲ ਲਾ ਦਿੱਤਾ ਗਿਆ ਹੈ। ਇਹ ਜਿਹੜੇ ਕੇਸ ਮੈਂ ਸੈਕਟਰੀ ਦੇ ਕੇਸ ਨਹੀਂ ਕਦੇ ਗਵਰਨਮੈਂਟ ਦੇ ਖਿਲਾਫ ਹੋਇਆ।